ਯਿਰਮੀਯਾਹ ਦਾ ਵਿਰਲਾਪ ਅਧਿਆਇ 1। ਹਾਏ ਉਹ ਨਗਰੀ ਇਕੱਲ ਵੰਜੀ ਹੋ ਬੈਠੀ ਹੈ, ਜਿਹੜੀ ਲੋਕਾਂ ਨਾਲ ਭਰੀ ਹੋਈ ਸੀ। ਉਹ ਵਿਧਵਾ ਵਾਂਗੂ ਹੋ ਗਈ, ਜਿਹੜੀ ਕੌਮਾਂ ਵਿੱਚ ਵੱਡੀ ਸੀ। ਉਹ ਸੂਬਿਆਂ ਦੀ ਰਾਜਕੁਮਾਰੀ ਸੀ, ਪਰ ਮਾਮਲਾ ਦੇਣ ਵਾਲੀ ਹੋ ਗਈ। ਉਹ ਰਾਤ ਨੂੰ ਟਾਹਾਂ ਮਾਰ ਮਾਰ ਕੇ ਰੋਂਦੀ ਹੈ। ਉਹਦੇ ਅੰਜੂ ਉਹਦੀਆਂ ਗੱਲਾਂ ਉੱਤੇ ਹਨ। ਉਹਦੇ ਸਾਰੇ ਪ੍ਰੇਮੀਆਂ ਵਿੱਚ ਉਹਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ। ਉਹਦੇ ਸਾਰੇ ਗੁਆਂਢੀਆਂ ਨੇ ਉਹਨੂੰ ਧੋਖਾ ਦਿੱਤਾ। ਉਹ ਉਹਦੇ ਵੈਰੀ ਬਣ ਗਏ। ਯਹੂਦਾ ਦੁੱਖ ਦੇ ਨਾਲ ਅਤੇ ਕਠਿਨ ਸੇਵਾ ਦੇ ਨਾਲ ਅਸੀਰੀ ਵਿੱਚ ਗਈ। ਉਹ ਕੌਮਾਂ ਵਿੱਚ ਦੱਸਦੀ ਹੈ, ਪਰ ਆਰਾਮ ਦਾ ਥਾਂ ਨਹੀਂ ਲੱਭਦਾ। ਉਹਦੇ ਸਾਰੇ ਪਿੱਛਾ ਕਰਨ ਵਾਲਿਆਂ ਨੇ ਉਹਨੂੰ ਦੁੱਖ ਵਿੱਚ ਜਾ ਫੜਿਆ। ਸਿਯੋਨ ਦੇ ਰਾਹ ਸੋਗ ਕਰਦੇ ਹਨ, ਕਿਉਂ ਜੋ ਠਹਿਰਾਏ ਹੋਏ ਪਰਬਾਂ ਉੱਤੇ ਕੋਈ ਨਹੀਂ ਆਉਂਦਾ। ਉਹਦੇ ਸਾਰੇ ਫਾਟਕ ਵੀਰਾਨ ਹੋ ਗਏ। ਉਹਦੇ ਜਾਜਕ ਹਾਹਾਂ ਭਰਦੇ ਹਨ। ਉਹਦੀਆਂ ਕੁਆਰੀਆਂ ਦੁਖੀ ਹਨ। ਉਹ ਆਪ ਵੀ ਕੁੜਤਣ ਵਿੱਚ ਹੈ। ਉਹਦੇ ਵਿਰੋਧੀ ਦਾ ਸਿਰ ਮੁਹਾਉਂਦੇ ਹਨ। ਉਹਦੇ ਵੈਰੀ ਸੌਖੇ ਹਨ, ਕਿਉਂ ਜੋ ਯਹੋਵਾ ਨੇ ਉਹਨੂੰ ਉਹਦੇ ਬਹੁਤੇ ਅਪਰਾਧਾਂ ਦੇ ਕਾਰਨ ਦੁੱਖ ਵਿੱਚ ਪਾਇਆ। ਉਹਦੇ ਨਿਆਣੇ ਵਿਰੋਧੀ ਦੇ ਅੱਗੇ ਅਸੀਰੀ ਵਿੱਚ ਚਲੇ ਗਏ। ਸਿਯੋਨ ਦੀ ਧੀ ਤੋਂ ਸਾਰੀ ਸਿਯੋਨ ਬਣ ਜਾਂਦੀ ਰਹੀ। ਉਹਦੇ ਸਰਦਾਰ ਉਹਨਾਂ ਹਰਨੀਆਂ ਵਾਂਝੂ ਹੋ ਗਏ, ਜਿਨ੍ਹਾਂ ਨੂੰ ਚਾਂਦ ਨਹੀਂ ਲੱਭਦੀ। ਉਹ ਬਿਨਾਂ ਬਲ ਦੇ ਪਿੱਛਾ ਕਰਨ ਵਾਲੇ ਦੇ ਅੱਗੇ ਤੁਰੇ ਹਨ। ਯਰੂਸ਼ਲਮ ਨੇ ਆਪਣੇ ਦੁੱਖ ਤੇ ਕਲੇਸ਼ ਦੇ ਦਿਨਾਂ ਵਿੱਚ ਪੁਰਾਣੇ ਸਮਿਆਂ ਦੇ ਆਪਣੇ ਸਾਰੇ ਪਦਾਰਥਾਂ ਨੂੰ ਚੇਤੇ ਕੀਤਾ। ਜਦ ਉਹਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ ਅਤੇ ਉਹਦਾ ਸਹਾਇਕ ਕੋਈ ਨਾ ਬਣਿਆ, ਵਿਰੋਧੀਆਂ ਨੇ ਉਹਨੂੰ ਵੇਖਿਆ, ਉਹਦੀ ਬਰਬਾਦੀ ਉੱਤੇ ਠੱਠਾ ਕੀਤਾ। ਯਰੂਸ਼ਲਮ ਨੇ ਵੱਡਾ ਪਾਪ ਕੀਤਾ, ਇਸ ਲਈ ਉਹ ਪਲੀਤ ਹੋ ਗਈ। ਸਾਰੇ ਜਿਹੜੇ ਉਹਦਾ ਆਦਰ ਕਰਦੇ ਸਨ, ਉਹਦੀ ਨਿਰਾਦਰੀ ਕਰਦੇ ਹਨ, ਕਿਉਂ ਜੋ ਉਹਨਾਂ ਨੇ ਉਹਦਾ ਨੰਗੇਜ ਵੇਖਿਆ। ਸੋ ਉਹ ਹਾਹਾਂ ਭਰਦੀ ਤੇ ਮੂੰਹ ਫੇਰ ਲੈਂਦੀ ਹੈ। ਉਹਦੀ ਪਲੀਤੀ ਉਹਦੇ ਪੱਲੇ ਉੱਤੇ ਹੈ। ਉਸ ਆਪਣੇ ਅੰਤ ਨੂੰ ਚੇਤੇ ਨਾ ਕੀਤਾ। ਉਹ ਅਚਰਜਤਾਈ ਨਾਲ ਹੇਠਾਂ ਆਈ ਅਤੇ ਉਹਦਾ ਕੋਈ ਤਸੱਲੀ ਦੇਣ ਵਾਲਾ ਨਹੀਂ। ਹੇ ਯਹੋਵਾ, ਮੇਰੇ ਕਲੇਸ਼ ਨੂੰ ਵੇਖ, ਕਿਉਂ ਜੋ ਵੈਰੀ ਨੇ ਆਪ ਨੂੰ ਵੱਡਾ ਬਣਾਇਆ। ਵਿਰੋਧੀ ਨੇ ਆਪਣੇ ਹੱਥ ਉਹਦੇ ਪਦਾਰਥਾਂ ਉੱਤੇ ਫੈਲਾਇਆ। ਉਹਨੇ ਵੇਖਿਆ ਹੈ ਕਿ ਪਰਾਇਆ ਕੌਮਾਂ ਉਹਦੇ ਪਵਿੱਤਰ ਸਥਾਨ ਵਿੱਚ ਵੜੀਆਂ ਹਨ, ਜਿਨ੍ਹਾਂ ਨੇ ਤੈਂ ਹੁਕਮ ਦਿੱਤਾ ਸੀ ਭਈ ਉਹ ਤੇਰੀ ਸਭਾ ਵਿੱਚ ਨਾ ਵੜਨ। ਉਹਦੇ ਸਾਰੇ ਲੋਕ ਹਾਹਾਂ ਭਰਦੇ ਹਨ। ਉਹ ਰੋਟੀ ਭਾਲਦੇ ਹਨ। ਉਹਨਾਂ ਨੇ ਆਪਣੇ ਪਦਾਰਥਾਂ ਨੂੰ ਖਾਣ ਲਈ ਦਿੱਤਾ ਹੈ, ਭਈ ਜੀ ਵਿੱਚ ਜੀ ਆਵੇ। ਹੇ ਯਹੋਵਾ, ਵੇਖ ਅਤੇ ਧਿਆਨ ਦੇ ਕਿ ਮੈਂ ਖਜਲ ਹੋ ਗਈ ਹਾਂ। ਹੇ ਸਾਰੇ ਲੰਘਣ ਵਾਲਿਓ, ਕੀ ਇਹ ਤੁਹਾਡੇ ਲਈ ਕੁਝ ਨਹੀਂ? ਧਿਆਨ ਦਿਓ ਅਰ ਵੇਖੋ ਕਿ ਕੋਈ ਦੁੱਖ ਮੇਰੇ ਦੁੱਖ ਵਰਗਾ ਹੈ, ਜੋ ਮੇਰੇ ਉੱਤੇ ਆ ਪਿਆ ਹੈ। ਜੀ ਨੂੰ ਯਹੋਵਾ ਨੇ ਆਪਣੇ ਤੇਜ ਕ੍ਰੋਧ ਦੇ ਦਿਨ ਵਿੱਚ ਪਾਇਆ ਹੈ। ਉੱਚਾਈ ਤੋਂ ਉਸਨੇ ਮੇਰੀਆਂ ਹੱਡੀਆਂ ਵਿੱਚ ਅੱਗ ਘੱਲੀ ਅਤੇ ਉਹ ਪ੍ਰਬਲ ਹੋ ਗਈ। ਉਹ ਨੇ ਮੇਰੇ ਪੈਰਾਂ ਲਈ ਇੱਕ ਜਾਲ ਵਿਛਾਇਆ। ਉਸਨੇ ਮੇਰੇ ਪਿੱਛੇ ਮੋੜਿਆ ਅਤੇ ਸਾਰਾ ਦਿਨ ਮੈਨੂੰ ਵੀਰਾਨ ਅਤੇ ਨਿਰਬਲ ਕੀਤਾ। ਮੇਰੇ ਅਪਰਾਧਾਂ ਦਾ ਜੂਲਾ ਉਸ ਦੇ ਹੱਥ ਨਾਲ ਬੰਨ੍ਹਿਆ ਗਿਆ। ਉਹ ਵੱਟੇ ਜਾ ਕੇ ਮੇਰੀ ਧੌਣ ਉੱਤੇ ਚੜ੍ਹ ਗਏ ਹਨ। ਉਹਨੇ ਮੇਰਾ ਬਲ ਘਟਾ ਦਿੱਤਾ। ਪ੍ਰਭੂ ਨੇ ਮੈਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ, ਜਿਨ੍ਹਾਂ ਦੇ ਅੱਗੇ ਮੈਂ ਉੱਠ ਨਾ ਸਕਿਆ। ਪ੍ਰਭੂ ਨੇ ਮੇਰੇ ਵਿਚਕਾਰ ਮੇਰੇ ਸਾਰੇ ਸੁਰਮਿਆਂ ਨੂੰ ਪੁੱਛ ਜਾਣਿਆ। ਉਸਨੇ ਮੇਰੇ ਵਿਰੁੱਧ ਇੱਕ ਮੰਡਲੀ ਨੂੰ ਬੁਲਾਇਆ ਕਿ ਮੇਰੇ ਚੁਗਵਿਆਂ ਨੂੰ ਭੰਨੇ। ਪ੍ਰਭੂ ਨੇ ਯਹੂਦਾ ਦੀ ਕੁਆਰੀ ਧੀ ਨੂੰ ਜਾਣਦਾ, ਜੋ ਬੱਚੇ ਵਿੱਚ ਮਿਧਿਆ। ਇਹਨਾਂ ਗੱਲਾਂ ਦੇ ਕਾਰਨ ਮੈਂ ਰੋਂਦਾ ਹਾਂ। ਮੇਰੀਆਂ ਅੱਖੀਆਂ ਤੋਂ ਪਾਣੀ ਡਿੱਗਦਾ ਹੈ, ਕਿਉਂ ਜੋ ਮੇਰਾ ਤਸੱਲੀ ਦੇਣ ਵਾਲਾ ਮੈਥੋਂ ਦੂਰ ਹੈ। ਜਿਹੜਾ ਮੇਰੀ ਜਾਨ ਵਿੱਚ ਜਾਨ ਪਾਵੇ। ਮੇਰੇ ਬੱਚੇ ਵੀਰਾਨ ਹੋ ਗਏ ਹਨ, ਕਿਉਂਕਿ ਵੈਰੀ ਪ੍ਰਬਲ ਪੈ ਗਿਆ। ਸਿਯੋਨ ਨੇ ਆਪਣੇ ਹੱਥ ਫੈਲਾਏ, ਪਰ ਤਸੱਲੀ ਦੇਣ ਵਾਲਾ ਕੋਈ ਨਹੀਂ। ਯਹੋਵਾ ਨੇ ਯਾਕੂਬ ਲਈ ਹੁਕਮ ਦਿੱਤਾ ਭਈ ਉਹਦੇ ਆਲੇ ਦੁਆਲੇ ਉਹਦੇ ਵਿਰੋਧੀ ਹੋਣ। ਯਰੂਸ਼ਲਮ ਉਹਨਾਂ ਦੇ ਵਿੱਚ ਪਲੀਤੀ ਵਾਂਝੂ ਹੋ ਗਈ ਹੈ। ਯਹੋਵਾ ਧਰਮੀ ਹੈ, ਕਿਉਂ ਜੋ ਮੈਂ ਉਸ ਦੇ ਹੁਕਮ ਤੋਂ ਆਕੀ ਹੋ ਗਈ। ਹੇ ਸਾਰੇ ਲੋਕੋ,
ਸੁਣੋ ਨਾ ਅਤੇ ਮੇਰੇ ਦੁੱਖ ਨੂੰ ਵੇਖੋ। ਮੇਰੀਆਂ ਕੁਆਰੀਆਂ ਅਤੇ ਮੇਰੇ ਚੁਗਵੇਂ ਸੀਰੀ ਵਿੱਚ ਚਲੇ ਗਏ। ਮੈਂ ਆਪਣੇ ਪ੍ਰੇਮੀਆਂ ਨੂੰ ਬੁਲਾਇਆ, ਪਰ ਉਹਨਾਂ ਨੇ ਮੈਨੂੰ ਜੁਲ ਦਿੱਤਾ। ਮੇਰੇ ਜਾਜਕਾਂ ਅਤੇ ਮੇਰੇ ਬਜ਼ੁਰਗਾਂ ਨੇ ਸ਼ਹਿਰ ਵਿੱਚ ਪ੍ਰਾਣ ਛੱਡੇ। ਜਦੋਂ ਉਹਨਾਂ ਨੇ ਖਾਣਾ ਲੱਭਿਆ, ਭਈ ਉਹਨਾਂ ਦੀ ਜਾਨ ਵਿੱਚ ਜਾਨ ਆਵੇ। ਵੇਖ ਹੇ ਯਹੋਵਾ, ਮੈਂ ਦੁਖੀ ਹਾਂ, ਮੇਰਾ ਅੰਦਰ ਉਬਲ ਰਿਹਾ ਹੈ, ਮੇਰਾ ਦਿਲ ਮੇਰੇ ਅੰਦਰ ਮਰੋੜ ਖਾਂਦਾ ਹੈ, ਕਿਉਂ ਜੋ ਮੈਂ ਵੱਡੀ ਬਗਾਵਤ ਕੀਤੀ ਹੈ। ਬਾਹਰ ਤਲਵਾਰ ਔਤਰੇ ਬਣਾਉਂਦੀ ਹੈ, ਘਰ ਵਿੱਚ ਜਾਣੇ ਦਾ ਮੌਤ ਹੈ। ਉਹਨਾਂ ਨੇ ਸੁਣਿਆ ਕਿ ਮੈਂ ਹਾਹਾਂ ਭਰਦੀ ਹਾਂ ਅਤੇ ਮੇਰੀ ਤਸੱਲੀ ਦੇਣ ਵਾਲਾ ਕੋਈ ਨਹੀਂ। ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਸੁਣੀ। ਉਹ ਖੁਸ਼ ਹਨ ਕਿ ਤੈਂ ਇਹ ਕੀਤਾ। ਤੂੰ ਉਹ ਦਿਨ ਲਿਆਵੇਂਗਾ ਜਿਹਦਾ ਤੈਂ ਪ੍ਰਚਾਰ ਕੀਤਾ, ਤਾਂ ਉਹ ਮੇਰੇ ਵਰਗੇ ਹੋ ਜਾਣਗੇ। ਉਹਨਾਂ ਦੀ ਸਾਰੀ ਬਦੀ ਤੇਰੇ ਸਾਹਮਣੇ ਆਵੇ। ਉਹਨਾਂ ਨਾਲ ਉਵੇਂ ਵਰਤ ਜਿਵੇਂ ਤੈਂ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਵਰਤਿਆ। ਮੇਰੀਆਂ ਹਾਹਾਂ ਤਾਂ ਬਹੁਤੀਆਂ ਹਨ, ਮੇਰਾ ਦਿਲ ਨਟਾਲ ਹੈ। ਆਮੀਨ। ਯਿਰਮਿਯਾਹ ਦਾ ਵਿਰਲਾਪ ਅਧਿਆਇ 2। ਪ੍ਰਭੂ ਨੇ ਕਿਵੇਂ ਸਿਯੋਨ ਦੀ ਧੀ ਨੂੰ ਆਪਣੇ ਕ੍ਰੋਧ ਵਿੱਚ ਬਦਲਣ ਨਾਲ ਢਕ ਲਿਆ। ਉਸ ਨੇ ਆਕਾਸ਼ੋਂ ਧਰਤੀ ਤੱਕ ਇਸਰਾਏਲ ਦੇ ਸੁਹੱਪਣ ਨੂੰ ਪਲਟ ਦਿੱਤਾ ਅਤੇ ਆਪਣੇ ਕ੍ਰੋਧ ਦੇ ਸਮੇਂ ਆਪਣੇ ਪੈਰ ਦੀ ਚੌਕੀ ਨੂੰ ਚੇਤੇ ਨਾ ਕੀਤਾ। ਪ੍ਰਭੂ ਨੇ ਯਾਕੂਬ ਦੇ ਸਾਰੇ ਬਸੇਵਿਆਂ ਨੂੰ ਨਿਗਲ ਲਿਆ। ਉਸਨੇ ਤਰਸ ਨਹੀਂ ਕੀਤਾ। ਉਸਨੇ ਆਪਣੇ ਕਹਿਰ ਵਿੱਚ ਯਹੂਦਾ ਦੀ ਧੀ ਦੇ ਗਲ ਢਾਹ ਕੇ ਮਿੱਟੀ ਵਿੱਚ ਰਲਾ ਦਿੱਤੇ। ਉਸਨੇ ਪਾਤਸ਼ਾਹੀ ਅਤੇ ਉਹਦੇ ਸਰਦਾਰਾਂ ਨੂੰ ਪਲੀਤ ਠਹਿਰਾਇਆ। ਉਸਨੇ ਆਪਣੇ ਤੇਜ਼ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਘ ਨੂੰ ਵੱਢ ਸੁੱਟਿਆ। ਉਸਨੇ ਵੈਰੀ ਦੇ ਸਾਹਮਣਿਓਂ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ। ਉਹ ਯਾਕੂਬ ਵਿੱਚ ਭੜਕਦੀ ਅੱਗ ਵਾਂਝੂ ਬਲਿਆ ਅਤੇ ਆਲਾ ਦੁਆਲਾ ਭਸਮ ਕਰ ਦਿੱਤਾ। ਉਸਨੇ ਵੈਰੀ ਵਾਂਝੂ ਆਪਣਾ ਧਨੁੱਖ ਖਿੱਚਿਆ। ਉਸਨੇ ਵਿਰੋਧੀ ਵਾਂਗੂ ਆਪਣਾ ਸੱਜਾ ਹੱਥ ਚੁੱਕਿਆ ਹੈ। ਜਿੰਨੇ ਵੇਖਣ ਵਿੱਚ ਸੋਹਣੇ ਸਨ, ਉਸਨੇ ਵੱਢ ਸੁੱਟੇ। ਸਿਯੋਨ ਦੀ ਧੀ ਦੇ ਤੰਬੂ ਵਿੱਚ ਉਸਦੇ ਅੱਗ ਵਾਂਝੂ ਆਪਣੇ ਗੁੱਸੇ ਨੂੰ ਵਹਾਇਆ। ਪ੍ਰਭੂ ਵੈਰੀ ਵਾਂਗਰ ਹੋ ਗਿਆ। ਉਸਨੇ ਇਸਰਾਏਲ ਨੂੰ ਨਿਗਲ ਲਿਆ। ਉਸਨੇ ਉਹਦੇ ਸਾਰੇ ਮਹਿਲਾਂ ਨੂੰ ਨਿਗਲ ਲਿਆ ਅਤੇ ਉਹਦੇ ਗੜ੍ਹਾਂ ਨੂੰ ਢਾਹ ਸੁੱਟਿਆ। ਉਸਨੇ ਯਹੂਦਾ ਦੀ ਧੀ ਵਿੱਚ ਰੋਣਾ ਪਿੱਟਣਾ ਵਧਾ ਦਿੱਤਾ। ਉਸਨੇ ਆਪਣੇ ਡੇਰੇ ਨੂੰ ਬਾਗ ਦੀ ਝੁੱਗੀ ਵਾਂਝੂ ਢਾਹ ਸੁੱਟਿਆ। ਉਸਨੇ ਆਪਣੇ ਮੰਡਲੀ ਦੇ ਥਾਂ ਨੂੰ ਬਰਬਾਦ ਕਰ ਦਿੱਤਾ। ਯਹੋਵਾ ਨੇ ਸਿਯੋਨ ਵਿੱਚ ਮਿੱਥੇ ਹੋਏ ਪਰਬ ਅਤੇ ਸਬਤ ਨੂੰ ਵਿਸਾਰ ਦਿੱਤਾ ਅਤੇ ਆਪਣੇ ਕ੍ਰੋਧ ਦੇ ਗਜ਼ਬ ਵਿੱਚ ਪਾਤਸ਼ਾਹ ਤੇ ਜਾਜਕ ਨੂੰ ਖਜਲ ਕੀਤਾ। ਪ੍ਰਭੂ ਨੇ ਆਪਣੀ ਜਗਵੇਦੀ ਨੂੰ ਰੱਦ ਕੀਤਾ। ਉਸਨੇ ਆਪਣੇ ਪਵਿੱਤਰ ਸਥਾਨ ਤੋਂ ਨਫ਼ਰਤ ਕੀਤਾ। ਉਸਨੇ ਉਹਦੇ ਮਹਿਲਾਂ ਦੇ ਕੰਧਾਂ ਨੂੰ ਵੈਰੀ ਦੇ ਵੱਸ ਪਾ ਦਿੱਤਾ। ਉਹਨਾਂ ਨੇ ਯਹੋਵਾ ਦੇ ਭਵਨ ਵਿੱਚ ਅਜਿਹਾ ਰੌਲਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ। ਯਹੋਵਾ ਨੇ ਸਿਯੋਨ ਦੀ ਧੀ ਦੀ ਸਫੀਲ ਨੂੰ ਢਾਹੁਣਾ ਠਾਣ ਲਿਆ। ਉਸਨੇ ਜਰੀਬ ਖਿੱਚੀ। ਉਸਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ। ਉਸਨੇ ਸਫੀਲ ਹਰ ਕੰਧ ਨੂੰ ਰੁਆਇਆ। ਉਹ ਇਕੱਠੇ ਨਿਢਾਲ ਹੋ ਗਏ ਹਨ। ਉਹਦੇ ਫਾਟਕ ਧਰਤੀ ਵਿੱਚ ਧੱਸ ਗਏ ਹਨ। ਉਸਨੇ ਉਹਦੇ ਅਰਲਾ ਨੂੰ ਤੋੜ ਕੇ ਨਾਸ ਕੀਤਾ। ਉਹਦਾ ਪਾਤਸ਼ਾਹ ਅਤੇ ਉਹਦੇ ਸਰਦਾਰ ਉਹਨਾਂ ਕੋਮਲ ਹਨ, ਜਿੱਥੇ ਕੋਈ ਵਿਵਸਥਾ ਨਹੀਂ ਹਾਂ ਉਹਦੇ ਨਬੀ ਯਹੋਵਾ ਤੋਂ ਦਰਸ਼ਨ ਨਹੀਂ ਪਾਉਂਦੇ। ਸਿਯੋਨ ਦੀ ਧੀ ਦੇ ਬਜ਼ੁਰਗ ਭੁੱਜੇ ਚੁੱਪਚਾਪ ਬੈਠੇ ਹਨ। ਉਹਨਾਂ ਨੇ ਆਪਣੇ ਸਿਰਾਂ ਵਿੱਚ ਮਿੱਟੀ ਪਾਈ ਹੈ। ਉਹਨਾਂ ਨੇ ਤੱਪੜ ਪਾ ਲਿਆ ਹੈ। ਯਰੂਸ਼ਲਮ ਦੀਆਂ ਕੁਆਰੀਆਂ ਨੇ ਆਪਣੇ ਸਿਰਾਂ ਨੂੰ ਧਰਤੀ ਤੱਕ ਝੁਕਾਇਆ ਹੈ। ਮੇਰੀਆਂ ਅੱਖੀਆਂ ਰੋਣ ਨਾਲ ਜਾਂਦੀਆਂ ਰਹੀਆਂ। ਮੇਰਾ ਅੰਦਰ ਉਬਲਦਾ ਹੈ। ਮੇਰਾ ਕਾਲਜਾ ਧਰਤੀ ਉੱਤੇ ਨਿਕਲ ਆਇਆ। ਮੇਰੇ ਲੋਕਾਂ ਦੀ ਧੀ ਦੀ ਬਰਬਾਦੀ ਜੋ ਹੋਈ। ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਹੋਸ਼ ਪਏ ਹਨ। ਉਹ ਆਪਣੀਆਂ ਮਾਵਾਂ ਨੂੰ ਕਹਿੰਦੇ ਹਨ, ਅੰਨ ਅਤੇ ਮੈਂ ਕਿੱਥੇ ਹਨ? ਜਦ ਉਹ ਫਟੜਾ ਵਾਂਝੂ ਸ਼ਹਿਰ ਦੀਆਂ ਗਲੀਆਂ ਵਿੱਚ ਗਸ਼ ਖਾਂਦੇ ਹਨ, ਜਦ ਉਹ ਆਪਣੀਆਂ ਮਾਵਾਂ ਨੂੰ ਹਿੱਕ ਨਾਲ ਆਪਣੀ ਜਾਨ ਦਿੰਦੇ ਹਨ। ਹੇ ਯਰੂਸ਼ਲਮ ਦੀ ਧੀਏ, ਮੈਂ ਤੈਨੂੰ ਕੀ ਸਾਖੀ ਦਿਆਂ ਅਤੇ ਕੀ ਦੇ ਰਗੀ ਤੈਨੂੰ ਆਖਾਂ? ਮੈਂ ਕਹਿ ਦੇ ਨਾਲ ਤੇਰੀ ਮਿਸਾਲ ਦਿਆਂ।
ਭਈ ਮੈਂ ਤੈਨੂੰ ਤਸੱਲੀ ਦਿਆਂ, ਹੈ ਸਿਜੋਨ ਦੀਏ ਕੁਆਰੀਆਂ ਧੀਏ, ਤੇਰਾ ਫੱਟ ਸਾਗਰ ਵਾਂਝੂ ਵੱਡਾ ਹੈ, ਤੈਨੂੰ ਕੌਣ ਚੰਗਾ ਕਰੇਗਾ। ਤੇਰੇ ਨਬੀਆਂ ਨੇ ਤੇਰੇ ਲਈ ਝੂਠੀ ਤੇ ਵਿਅਰਥ ਅੰਤਰ ਧਿਆਨਤਾ ਵੇਖੀ, ਉਹਨਾਂ ਨੇ ਤੇਰੀ ਬਦੀ ਨੂੰ ਪ੍ਰਗਟ ਕੀਤਾ, ਭਈ ਤੁਹਾਨੂੰ ਅਸੀਰੀ ਤੋਂ ਮੋੜ ਲਿਆਉਣ, ਪਰ ਉਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ ਵਾਲੇ ਅੰਗਮ ਵਾਕ ਵੇਖੇ। ਸਭ ਲੰਘਣ ਵਾਲੇ ਤੇਰੇ ਉੱਤੇ ਤਾਲੀਆਂ ਵਜਾਉਂਦੇ ਹਨ, ਯਰੂਸ਼ਲਮ ਦੀ ਧੀ ਦੇ ਉੱਤੇ ਉਹ ਨੱਕ ਚੜ੍ਹਾਉਂਦੇ ਅਤੇ ਸਿਰ ਹਿਲਾਉਂਦੇ ਹਨ ਕਿ ਇਹ ਉਹ ਸ਼ਹਿਰ ਹੈ ਜਿਹੇ ਨੂੰ ਉਹ ਇਹ ਨਾਮ ਦਿੰਦੇ, ਸੁਹੱਪਣ ਦੀ ਪੂਰਨਤਾ। ਸਾਰੇ ਸੰਸਾਰ ਦੀ ਖੁਸ਼ੀ ਤੇਰੇ ਸਾਰੇ ਵੈਰੀਆਂ ਨੇ ਤੇਰੀ ਵੱਲ ਆਪਣਾ ਮੂੰਹ ਅੱਡਿਆ ਹੈ। ਉਹ ਸੁਸਕਾਰਦੇ ਅਤੇ ਦੰਦ ਪੀਂਦੇ ਹਨ, ਉਹ ਆਖਦੇ ਹਨ, ਅਸਾਂ ਉਹਨੂੰ ਨਿਗਲਿਆ, ਅਸੀਂ ਇਸੇ ਹੀ ਦਿਨ ਨੂੰ ਤਾਂ ਉਡੀਕਦੇ ਸਾਂ, ਇਹ ਸਾਨੂੰ ਲੱਭ ਪਿਆ, ਅਸਾਂ ਵੇਖ ਲਿਆ। ਯਹੋਵਾ ਨੇ ਉਹ ਕੀਤਾ ਜਿਹੜਾ ਉਸ ਨੇ ਠਾਣਿਆ ਸੀ, ਉਸ ਨੇ ਬਚਨ ਨੂੰ ਪੂਰਾ ਕੀਤਾ ਜਿਹਦਾ ਹੁਕਮ ਉਸ ਨੇ ਸਨਾਤਨ ਸਮੇਂ ਵਿੱਚ ਦਿੱਤਾ ਸੀ। ਉਸ ਨੇ ਡੇਗ ਦਿੱਤਾ ਅਤੇ ਤਰਸ ਨਾ ਖਾਧਾ, ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਆਨੰਦ ਕਰਾਇਆ, ਉਸ ਨੇ ਤੇਰੇ ਵਿਰੋਧੀਆਂ ਦੇ ਸਿੰਗ ਉੱਚੇ ਕੀਤੇ, ਉਹਨਾਂ ਨੇ ਦਿਲ ਨੇ ਪ੍ਰਭੂ ਅੱਗੇ ਦੁਹਾਈ ਕੀਤੀ। ਹੇ ਸਿਯੋਨ ਦੀ ਧੀ ਦੀਏ ਕੰਧੇ, ਦਿਨ ਰਾਤ ਅੰਜੂ ਠਹਿਰ ਵਾਂਝੂ ਡਿੱਗਦੇ ਰਹਿਣ, ਤੂੰ ਆਰਾਮ ਨਾ ਲੈ ਆਪਣੀਆਂ ਅੱਖੀਆਂ ਦੀ ਕਾਕੀ ਨਾ ਠਹਿਰਨ ਦੀ, ਉੱਠ ਰਾਤ ਦੇ ਪਹਿਰਿਆਂ ਦੇ ਆਰੰਭ ਵਿੱਚ ਚਲਾ, ਆਪਣਾ ਦਿਲ ਪ੍ਰਭੂ ਦੇ ਸਨਮੁਖ ਪਾਣੀ ਵਾਂਝੂ ਡੋਲ ਦੇ, ਆਪਣੇ ਹੱਥ ਉਸ ਦੀ ਵੱਲ ਆਪਣੇ ਨਿਆਣਿਆਂ ਦੇ ਕਾਰਨ ਅੱਡ, ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਸਿਰੇ ਉੱਤੇ ਬੇਹੋਸ਼ ਪਏ ਹਨ। ਹੇ ਯਹੋਵਾ ਵੇਖ, ਜਿਹਨੂੰ ਤੈਂ ਇਉਂ ਕੀਤਾ ਉਹਦੇ ਉੱਤੇ ਧਿਆਨ ਦੇ ਕਿ ਤੀਵੀਆਂ ਆਪਣਾ ਫਲ ਆਪਣੇ ਲਾਡਲੇ ਨਿਆਣੇ ਖਾਣ ਕਿ ਯਾਜਕ ਅਤੇ ਨਵੀ ਪ੍ਰਭੂ ਦੇ ਪਵਿੱਤਰ ਸਥਾਨ ਵਿੱਚ ਵੱਢੇ ਜਾਣ। ਜਵਾਨ ਅਤੇ ਬੁੱਢਾ ਦੂਜੇ ਗਲੀਆਂ ਵਿੱਚ ਪਏ ਹਨ, ਮੇਰੀਆਂ ਕੁਆਰੀਆਂ ਅਤੇ ਮੇਰੇ ਚੂਹੇ ਤਲਵਾਰ ਨਾਲ ਡਿੱਗ ਪਏ। ਤੈਂ ਉਹਨਾਂ ਨੂੰ ਆਪਣੇ ਕ੍ਰੋਧ ਦੇ ਦਿਨ ਵਿੱਚ ਵੱਢ ਸੁੱਟਿਆ ਤੇ ਕਤਲ ਕਰ ਦਿੱਤਾ। ਤੈਂ ਤਰਸ ਨਾ ਖਾਧਾ, ਤੈਂ ਆਲੇ ਦੁਆਲਿਆਂ ਮੇਰੇ ਹੋਰਾਂ ਨੂੰ ਪਰਬ ਦੇ ਦਿਨ ਵਾਂਝੂ ਬੁਲਾ ਲਿਆ, ਅਤੇ ਯਹੋਵਾ ਦੇ ਕ੍ਰੋਧ ਦੇ ਦਿਨ ਵਿੱਚ ਨਾ ਕੋਈ ਬਚਿਆ ਨਾ ਕੋਈ ਬਾਕੀ ਰਿਹਾ। ਜਿਨ੍ਹਾਂ ਨੂੰ ਮੈਂ ਪਾਲਿਆ ਪਲੋਸਿਆ, ਉਹਨਾਂ ਨੂੰ ਮੇਰੇ ਵੈਰੀ ਨੇ ਮਾਰ ਮੁਕਾ ਦਿੱਤਾ। ਆਮੀਨ। ਅਧਿਆਇ 3। ਮੈਂ ਉਹ ਪੁਰਖ ਹਾਂ ਜਿਹਨੇ ਉਸ ਦੇ ਡੰਡੇ ਨਾਲ ਕਸ਼ਟ ਵੇਖਿਆ, ਉਸ ਨੇ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਹਨੇਰੇ ਵਿੱਚ ਤੋਰਿਆ, ਚਾਨਣ ਵਿੱਚ ਨਹੀਂ। ਸੱਚਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ। ਉਸ ਨੇ ਮੇਰੇ ਮਾਂਸ ਅਤੇ ਮੇਰੇ ਚਮੜੇ ਨੂੰ ਸੁਕਾ ਦਿੱਤਾ, ਉਸ ਨੇ ਮੇਰੀਆਂ ਹੱਡੀਆਂ ਨੂੰ ਭੰਨਿਆ ਤੋੜਿਆ, ਉਸ ਨੇ ਮੇਰੇ ਵਿਰੁੱਧ ਬਣਾਇਆ ਅਤੇ ਮੈਨੂੰ ਕੁੜਤਣ ਅਤੇ ਕਸ਼ਟ ਨਾਲ ਘੇਰ ਲਿਆ। ਉਸ ਨੇ ਮੈਨੂੰ ਹਨੇਰੇ ਥਾਵਾਂ ਵਿੱਚ ਉਹਨਾਂ ਵਾਂਝੂ ਜਿਹੜੇ ਚਿਰੋਕਣੇ ਮਰਦੇ ਹਨ ਵਸਾਇਆ। ਉਸ ਨੇ ਮੇਰੇ ਦੁਆਲੇ ਕੰਧ ਫੇਰ ਦਿੱਤੀ ਕਿ ਮੈਂ ਬਾਹਰ ਨਹੀਂ ਨਿਕਲ ਸਕਦਾ। ਉਸ ਨੇ ਮੇਰੀ ਬੇੜੀਆਂ ਭਾਰੀਆਂ ਕਰ ਦਿੱਤੀਆਂ। ਹਾਂ, ਜਦ ਮੈਂ ਦੁਹਾਈ ਦਿੰਦਾ ਤੇ ਚਲਾਉਂਦਾ ਹਾਂ, ਉਹ ਮੇਰੀ ਪ੍ਰਾਰਥਨਾ ਰੋਕ ਦਿੰਦਾ ਹੈ। ਉਸ ਨੇ ਮੇਰੇ ਰਾਹ ਨੂੰ ਘੜੇ ਹੋਏ ਪੱਥਰਾਂ ਨਾਲ ਬੰਦ ਕੀਤਾ, ਉਸ ਨੇ ਮੇਰੇ ਰਸਤਿਆਂ ਨੂੰ ਟੇਢਾ ਕਰ ਦਿੱਤਾ। ਉਹ ਮੇਰੇ ਲਈ ਛਹਿ ਵਿੱਚ ਬੈਠਾ ਹੋਇਆ ਰਿੱਛ ਹੈ, ਲੁਕੋ ਵਿੱਚ ਬੱਬਰ ਸ਼ੇਰ। ਉਸ ਨੇ ਮੈਨੂੰ ਕੁਰਾਹੇ ਪਾਇਆ, ਮੇਰੀ ਬੋਟੀ ਬੋਟੀ ਕਰਕੇ ਮੈਨੂੰ ਬਰਬਾਦ ਕੀਤਾ। ਉਸ ਨੇ ਧਨੁੱਖ ਖਿੱਚਿਆ ਅਤੇ ਬਾਣਾਂ ਲਈ ਮੈਨੂੰ ਨਿਸ਼ਾਨੇ ਵਾਂਗੂ ਖੜਾ ਕੀਤਾ। ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਬੰਨ੍ਹ ਸੁੱਟਿਆ। ਮੈਂ ਆਪਣੇ ਸਾਰੇ ਲੋਕਾਂ ਲਈ ਹਾਸੀ ਅਤੇ ਸਾਰਾ ਦਿਨ ਉਹਨਾਂ ਦਾ ਰਾਗ ਹੋ ਗਿਆ ਹਾਂ। ਉਸ ਨੇ ਮੈਨੂੰ ਕੁੜਤਣ ਨਾਲ ਰਾਜਾ ਦਿੱਤਾ ਅਤੇ ਮੈਨੂੰ ਨਾਗ ਦੋਣੇ ਨਾਲ ਅਫਰਾ ਦਿੱਤਾ। ਉਸ ਨੇ ਮੇਰੇ ਦੰਦ ਰੋੜਿਆਂ ਨਾਲ ਭੰਨੇ, ਉਸ ਨੇ ਮੈਨੂੰ ਖਾਕ ਵਿੱਚ ਲਿਟਾਇਆ
ਅਤੇ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ। ਮੈਂ ਉਸ ਖਾਲ ਨੂੰ ਭੁੱਲ ਗਿਆ, ਸੋ ਮੈਂ ਆਖਿਆ ਮੇਰਾ ਬਲ ਮਿਟ ਗਿਆ, ਨਾਲੇ ਯਹੋਵਾ ਵੱਲੋਂ ਮੇਰੀ ਆਸਾ ਵੀ। ਮੇਰੇ ਕਸ਼ਟ ਅਤੇ ਮੇਰੀ ਕੁੜਤਣ ਨੂੰ, ਨਾਗ ਦੋਨੇ ਅਤੇ ਵਿਹੂ ਨੂੰ ਚੇਤੇ ਕਰ। ਮੇਰਾ ਮਨ ਇਹ ਚੇਤੇ ਕਰਦਿਆਂ ਮੇਰੇ ਅੰਦਰ ਲਿਫ ਗਿਆ ਹੈ। ਇਹ ਮੈਂ ਆਪਣੇ ਦਿਲ ਨਾਲ ਸਿਮਰਦਾ ਹਾਂ, ਇਸ ਲਈ ਮੈਨੂੰ ਆਸਾ ਹੈ। ਇਹ ਯਹੋਵਾ ਦੀ ਦਇਆ ਹੈ ਕਿ ਅਸੀਂ ਮੁੱਕੇ ਨਹੀਂ। ਉਸ ਦਾ ਰਹਿਮ ਟੁੱਟ ਜੋ ਹੈ, ਉਹ ਹਰ ਸਵੇਰ ਨੂੰ ਤਾਜ਼ਾ ਹਨ। ਤੇਰੀ ਵਫ਼ਾਦਾਰੀ ਵੱਡੀ ਹੈ। ਯਹੋਵਾ ਮੇਰਾ ਹਿੱਸਾ ਹੈ, ਮੇਰੀ ਜਾਨ ਕਹਿੰਦੀ ਹੈ, ਇਸ ਲਈ ਮੈਨੂੰ ਉਸ ਦੇ ਉੱਤੇ ਆਸਾ ਹੈ। ਯਹੋਵਾ ਉਹਦੇ ਲਈ ਭਲਾ ਹੈ ਜਿਹੜਾ ਉਸ ਨੂੰ ਉਡੀਕਦਾ ਹੈ, ਉਸ ਜਾਨ ਲਈ ਜਿਹੜੀ ਉਸ ਦੀ ਕਾਬਿਲ ਹੈ। ਭਲਾ ਹੈ ਕਿ ਮਨੁੱਖ ਚੁੱਪਚਾਪ ਦੇ ਬਚਾਓ ਲਈ ਆਸਾ ਰੱਖੇ। ਗੱਭਰੂ ਲਈ ਚੰਗਾ ਹੈ ਕਿ ਆਪਣੀ ਜਵਾਨੀ ਵਿੱਚ ਜੁਲਾ ਚੁੱਕੇ ਉਹ ਇਕੱਲਾ ਬੈਠੇ ਅਤੇ ਚੁੱਪ ਰਹੇ, ਕਿਉਂ ਜੋ ਉਸਨੇ ਉਹਨੂੰ ਉਹਦੇ ਉੱਤੇ ਪਾਇਆ ਹੈ। ਉਹ ਆਪਣਾ ਮੂੰਹ ਖਾਕ ਉੱਤੇ ਰੱਖੇ, ਸ਼ਾਇਦ ਕੁਝ ਆਸ ਹੋਵੇ। ਉਹ ਆਪਣੀ ਗੱਲ ਮਾਰਨ ਵਾਲੇ ਨੂੰ ਦੇਵੇ, ਉਹ ਨਿੰਦਿਆ ਨਾਲ ਭਰ ਜਾਵੇ। ਪ੍ਰਭੂ ਤਾਂ ਸਦਾ ਲਈ ਨਹੀਂ ਛੱਡੇਗਾ, ਪਰ ਜੇ ਉਹ ਦੁੱਖ ਵੀ ਦੇਵੇ, ਉਹ ਆਪਣੀ ਵੱਡੀ ਦਇਆ ਅਨੁਸਾਰ ਰਹਿਮ ਕਰੇਗਾ। ਉਹ ਤਾਂ ਆਪਣੇ ਦਿਲੋਂ ਕਸ਼ਟ ਨਹੀਂ ਪਾਉਂਦਾ, ਨਾ ਮਨੁੱਖ ਦੇ ਪੁੱਤਰਾਂ ਨੂੰ ਔਖਾ ਕਰਦਾ। ਸੰਸਾਰ ਦੇ ਸਾਰੇ ਸਿਰਾਂ ਨੂੰ ਪੈਰਾਂ ਹੇਠ ਮਿੱਧਣਾ ਅਤੇ ਮਹਾਨ ਦੇ ਸਨਮੁਖ ਕਿਸੇ ਇਨਸਾਨ ਦਾ ਹੱਕ ਮਾਰਨਾ, ਕਿਸੇ ਆਦਮੀ ਦਾ ਮੁਕੱਦਮਾ ਵਿਗਾੜਨਾ ਪ੍ਰਭੂ ਵੇਖ ਨਹੀਂ ਸਕਦਾ। ਕੌਣ ਕੁਝ ਕਹਿੰਦਾ ਹੈ ਅਤੇ ਉਹ ਹੋ ਜਾਂਦਾ ਹੈ, ਜਦ ਪ੍ਰਭੂ ਨੇ ਉਹਦਾ ਹੁਕਮ ਨਹੀਂ ਦਿੱਤਾ ਹੋਵੇ। ਕਿ ਮਹਾਨ ਦੇ ਮੂੰਹੋਂ ਦੁੱਖ ਅਤੇ ਸੁੱਖ ਨਹੀਂ ਆਉਂਦੇ। ਜਿਉਂਦਾ ਆਦਮੀ ਕਿਉਂ ਗਿਲਾ ਕਰੇ। ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਉੱਤੇ ਆਓ, ਅਸੀਂ ਆਪਣੇ ਰਾਹਾਂ ਨੂੰ ਪਰਤਾਈਏ ਤੇ ਪਰਖੀਏ ਅਤੇ ਯਹੋਵਾ ਵੱਲ ਫਿਰੀਏ। ਅਸੀਂ ਆਪਣੇ ਦਿਲਾਂ ਨੂੰ ਆਪਣੇ ਹੱਥਾਂ ਸੁਣੀਏ, ਪਰਮੇਸ਼ੁਰ ਅੱਗੇ ਕਾਸ਼ ਵੱਲ ਚੁੱਕੀਏ। ਅਸਾਂ ਅਪਰਾਧ ਅਤੇ ਬਗਾਵਤ ਕੀਤੀ ਤੇ ਖਿਮਾ ਨਹੀਂ ਕੀਤਾ, ਤੇ ਆਪਣੇ ਆਪ ਨੂੰ ਕ੍ਰੋਧ ਨਾਲ ਕਜਿਆ ਅਤੇ ਸਾਡਾ ਪਿੱਛਾ ਕੀਤਾ, ਤੇ ਮਾਰਿਆ ਅਤੇ ਤਰਸ ਨਾ ਖਾਧਾ, ਤੇ ਆਪਣੇ ਆਪ ਨੂੰ ਬਦਲ ਨਾਲ ਕਜਿਆ। ਕੋਈ ਪ੍ਰਾਰਥਨਾ ਤੇਰੇ ਕੋਲ ਨਹੀਂ ਅਪੜ ਸਕਦੀ, ਤੇ ਸਾਨੂੰ ਉਮਤਾਂ ਵਿੱਚ ਕੂੜਾ ਤੇ ਰੂੜੀ ਠਹਿਰਾਇਆ। ਸਾਡੇ ਸਾਰੇ ਵੈਰੀਆਂ ਨੇ ਸਾਡੇ ਉੱਤੇ ਮੂੰਹ ਪਸਾਰਿਆ। ਭੋਅ ਅਤੇ ਪੋਹਰਾ ਸਾਡੇ ਲਈ ਹਨ, ਬਰਬਾਦੀ ਅਤੇ ਫੂਕ ਸਾੜ ਵੀ। ਮੇਰੀ ਪ੍ਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ ਪਾਣੀ ਦੀਆਂ ਨਦੀਆਂ ਮੇਰੀਆਂ ਅੱਖੀਆਂ ਤੋਂ ਹੇਠਾਂ ਆਉਂਦੀਆਂ। ਮੇਰੀ ਅੱਖ ਵਗਦੀ ਹੈ ਅਤੇ ਰੁਕਦੀ ਨਹੀਂ, ਕੋਈ ਉਤੇਜ ਨਹੀਂ, ਜਦ ਤੱਕ ਯਹੋਵਾ ਕਸ਼ ਨਿਗਾਹ ਮਾਰ ਕੇ ਨਾ ਵੇਖੇ। ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ ਮੇਰੀ ਅੱਖ ਮੇਰੇ ਜੀਅ ਨੂੰ ਦੁਖੀ ਕਰਦੀ ਹੈ। ਜਿਹੜੇ ਬਿਨਾਂ ਕਾਰਨ ਮੇਰੀ ਵੈਰੀ ਹਨ, ਉਹ ਮੇਰਾ ਪਿੱਛਾ ਕੀਤਾ। ਉਹਨੇ ਮੇਰੇ ਜੀਵਨ ਨੂੰ ਭੁੱਖੇ ਵਿੱਚ ਮੁਕਾ ਦਿੱਤਾ। ਉਹਨਾਂ ਨੇ ਮੇਰੇ ਉੱਤੇ ਪੱਥਰ ਸੁੱਟਿਆ, ਪਾਣੀ ਮੇਰੇ ਸਿਰ ਉੱਤੇ ਵਗੇ। ਮੈਂ ਆਖਿਆ ਮੈਂ ਮਰ ਮਿਟਿਆ। ਹੇ ਯਹੋਵਾ, ਮੈਂ ਤੇਰੇ ਨਾਮ ਦੀ ਦੁਹਾਈ ਦਿੱਤੀ। ਪੋਹਰੇ ਦੀਆਂ ਡੂੰਘਾਈਆਂ ਤੋਂ ਤੈਂ ਮੇਰੀ ਆਵਾਜ਼ ਸੁਣੀ। ਆਪਣਾ ਕੰਨ ਮੇਰੀ ਆਹ ਮੇਰੀ ਦੁਹਾਈ ਵੱਲੋਂ ਬੰਦ ਨਾ ਕਰ। ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਨੇੜੇ ਆਇਆ। ਤੂੰ ਆਖਿਆ, ਨਾ ਡਰ। ਹੇ ਪ੍ਰਭੂ, ਤੈਂ ਮੇਰੀ ਜਾਨ ਦਾ ਮੁਕੱਦਮਾ ਲੜਿਆ, ਤੈਂ ਮੇਰੇ ਜੀਵਨ ਦਾ ਛੁਟਕਾਰਾ ਕੀਤਾ। ਹੇ ਯਹੋਵਾ, ਤੈਂ ਮੇਰੇ ਉੱਤੇ ਦਾ ਨਿਆਂ ਵੇਖਿਆ। ਤੂੰ ਮੇਰਾ ਨਿਆਂ ਕਰ। ਤੈਂ ਉਹਨਾਂ ਦੇ ਸਾਰੇ ਬਦਲੇ ਵੇਖੇ ਹਨ, ਮੇਰੇ ਵਿਰੁੱਧ ਉਹਨਾਂ ਦੀਆਂ ਸਾਰੀਆਂ ਜੁਗਤੀਆਂ ਵੀ। ਹੇ ਯਹੋਵਾ, ਤੈਂ ਉਹਨਾਂ ਦੀ ਨਿੰਦਿਆ ਸੁਣੀ, ਨਾਲੇ ਮੇਰੇ ਵਿਰੁੱਧ ਦੀਆਂ ਸਾਰੀਆਂ ਜੁਗਤੀਆਂ, ਮੇਰੇ ਵਿਰੋਧੀਆਂ ਦੀਆਂ ਗੱਲਾਂ ਅਤੇ ਦਿਨ ਭਰ ਉਹਨਾਂ ਦੇ ਮੱਤੇ ਮੇਰੇ ਵਿਰੁੱਧ। ਉਹਨਾਂ ਦੇ ਉੱਠਣ ਬੈਠਣ ਤੇ ਧਿਆਨ ਦੇ, ਮੈਂ ਹੀ ਉਹਨਾਂ ਦਾ ਰਾਗ ਹਾਂ। ਹੇ ਯਹੋਵਾ, ਤੂੰ ਉਹਨਾਂ ਨੂੰ
ਉਹਨਾਂ ਦੇ ਹੱਥ ਦੇ ਕੰਮ ਅਨੁਸਾਰ ਵਟਾ ਦੇਵੇਂਗਾ। ਤੂੰ ਉਹਨਾਂ ਦਾ ਮਨ ਸੁੰਨ ਕਰ ਦੇਵੇਂਗਾ, ਆਪਣਾ ਸਰਾਪ ਉਹਨਾਂ ਉੱਤੇ ਦੇਵੇਂਗਾ। ਤੂੰ ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰੇਗਾ ਅਤੇ ਯਹੋਵਾ ਨੇ ਆਕਾਸ਼ ਹੇਠੋਂ ਉਹਨਾਂ ਦਾ ਨਾਸ਼ ਕਰੇਗਾ। ਆਮੀਨ। ਹਾਲੇਲੂਇਆ। ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ। ਅਧਿਆਇ 3। ਮੈਂ ਉਹ ਪੁਰਖ ਹਾਂ ਜਿਹਨੇ ਉਸ ਦੇ ਡੰਡੇ ਨਾਲ ਕਸ਼ਟ ਵੇਖਿਆ। ਉਸ ਨੇ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਹਨੇਰੇ ਵਿੱਚ ਤੋਰਿਆ, ਚਾਨਣ ਵਿੱਚ ਨਹੀਂ। ਸੱਚਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ। ਉਸ ਨੇ ਮੇਰੇ ਮਾਂਸ ਅਤੇ ਮੇਰੇ ਚਮੜੇ ਨੂੰ ਸੁਕਾ ਦਿੱਤਾ। ਉਸ ਨੇ ਮੇਰੀਆਂ ਹੱਡੀਆਂ ਨੂੰ ਭੰਨਿਆ ਤੋੜਿਆ। ਉਸ ਨੇ ਮੇਰੇ ਵਿਰੁੱਧ ਬਣਾਇਆ ਅਤੇ ਮੈਨੂੰ ਕੁੜਤਣ ਅਤੇ ਕਸ਼ਟ ਨਾਲ ਘੇਰ ਲਿਆ। ਉਸ ਨੇ ਮੈਨੂੰ ਹਨੇਰੇ ਥਾਵਾਂ ਵਿੱਚ ਉਹਨਾਂ ਵਾਂਝੂ ਜਿਹੜੇ ਚਿਰੋਕਣੇ ਮਰਦੇ ਹਨ ਵਸਾਇਆ। ਉਸ ਨੇ ਮੇਰੇ ਦੁਆਲੇ ਕੰਧ ਫੇਰ ਦਿੱਤੀ ਕਿ ਮੈਂ ਬਾਹਰ ਨਹੀਂ ਨਿਕਲ ਸਕਦਾ। ਉਸ ਨੇ ਮੇਰੀ ਬੇੜੀਆਂ ਭਾਰੀਆਂ ਕਰ ਦਿੱਤੀਆਂ। ਹਾਂ, ਜਦ ਮੈਂ ਦੁਹਾਈ ਦਿੰਦਾ ਤੇ ਚਲਾਉਂਦਾ ਹਾਂ, ਉਹ ਮੇਰੀ ਪ੍ਰਾਰਥਨਾ ਰੋਕ ਦਿੰਦਾ ਹੈ। ਉਸ ਨੇ ਮੇਰੇ ਰਾਹ ਨੂੰ ਘੜੇ ਹੋਏ ਪੱਥਰਾਂ ਨਾਲ ਬੰਦ ਕੀਤਾ। ਉਸ ਨੇ ਮੇਰੇ ਰਸਤਿਆਂ ਨੂੰ ਟੇਢਾ ਕਰ ਦਿੱਤਾ। ਉਹ ਮੇਰੇ ਲਈ ਛਹਿ ਵਿੱਚ ਬੈਠਾ ਹੋਇਆ ਰਿੱਛ ਹੈ, ਲੁਕੋ ਵਿੱਚ ਬੱਬਰ ਸ਼ੇਰ। ਉਸ ਨੇ ਮੈਨੂੰ ਕੁਰਾਹੇ ਪਾਇਆ, ਮੇਰੀ ਬੋਟੀ ਬੋਟੀ ਕਰਕੇ ਮੈਨੂੰ ਬਰਬਾਦ ਕੀਤਾ। ਉਸ ਨੇ ਧਨੁੱਖ ਖਿੱਚਿਆ ਅਤੇ ਬਾਣਾਂ ਲਈ ਮੈਨੂੰ ਨਿਸ਼ਾਨੇ ਵਾਂਗੂ ਖੜਾ ਕੀਤਾ। ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਬੰਨ੍ਹ ਸੁੱਟਿਆ। ਮੈਂ ਆਪਣੇ ਸਾਰੇ ਲੋਕਾਂ ਲਈ ਹਾਸੀ ਅਤੇ ਸਾਰਾ ਦਿਨ ਉਹਨਾਂ ਦਾ ਰਾਗ ਹੋ ਗਿਆ ਹਾਂ। ਉਸ ਨੇ ਮੈਨੂੰ ਕੁੜਤਣ ਨਾਲ ਰਾਜਾ ਦਿੱਤਾ ਅਤੇ ਮੈਨੂੰ ਨਾਗ ਦੋਣੇ ਨਾਲ ਅਫਰਾ ਦਿੱਤਾ। ਉਸ ਨੇ ਮੇਰੇ ਦੰਦ ਰੋੜਿਆਂ ਨਾਲ ਭੰਨੇ। ਉਸ ਨੇ ਮੈਨੂੰ ਖਾਕ ਵਿੱਚ ਲਿਟਾਇਆ ਤੇ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ। ਮੈਂ ਉਸ ਖਾਲ ਨੂੰ ਭੁੱਲ ਗਿਆ, ਸੋ ਮੈਂ ਆਖਿਆ ਮੇਰਾ ਬਲ ਮਿਟ ਗਿਆ। ਨਾਲੇ ਯਹੋਵਾ ਵੱਲੋਂ ਮੇਰੀ ਆਸਾ ਵੀ। ਮੇਰੇ ਕਸ਼ਟ ਅਤੇ ਮੇਰੀ ਕੁੜਤਣ ਨੂੰ, ਨਾਗ ਦੋਣੇ ਅਤੇ ਵਿਹੂ ਨੂੰ ਚੇਤੇ ਕਰ। ਮੇਰਾ ਮਨ ਇਹ ਚੇਤੇ ਕਰਦਿਆਂ ਮੇਰੇ ਅੰਦਰ ਲਿਫ ਗਿਆ ਹੈ। ਇਹ ਮੈਂ ਆਪਣੇ ਦਿਲ ਨਾਲ ਸਿਮਰਦਾ ਹਾਂ, ਇਸ ਲਈ ਮੈਨੂੰ ਆਸਾ ਹੈ। ਇਹ ਯਹੋਵਾ ਦੀ ਦਇਆ ਹੈ ਕਿ ਅਸੀਂ ਮੁੱਕੇ ਨਹੀਂ। ਉਸ ਦਾ ਰਹਿਮ ਟੁੱਟ ਜੋ ਹੈ, ਉਹ ਹਰ ਸਵੇਰ ਨੂੰ ਤਾਜ਼ਾ ਹਨ। ਤੇਰੀ ਵਫ਼ਾਦਾਰੀ ਵੱਡੀ ਹੈ। ਯਹੋਵਾ ਮੇਰਾ ਹਿੱਸਾ ਹੈ, ਮੇਰੀ ਜਾਨ ਕਹਿੰਦੀ ਹੈ, ਇਸ ਲਈ ਮੈਨੂੰ ਉਸ ਦੇ ਉੱਤੇ ਆਸਾ ਹੈ। ਯਹੋਵਾ ਉਹਦੇ ਲਈ ਭਲਾ ਹੈ ਜਿਹੜਾ ਉਸ ਨੂੰ ਉਡੀਕਦਾ ਹੈ, ਉਸ ਜਾਨ ਲਈ ਜਿਹੜੀ ਉਸ ਦੀ ਕਾਬਿਲ ਹੈ। ਭਲਾ ਹੈ ਕਿ ਮਨੁੱਖ ਚੁੱਪਚਾਪ ਯਹੋਵਾ ਦੇ ਬਚਾਓ ਲਈ ਆਸਾ ਰੱਖੇ। ਗੱਭਰੂ ਲਈ ਚੰਗਾ ਹੈ ਕਿ ਆਪਣੀ ਜਵਾਨੀ ਵਿੱਚ ਜੁਲਾ ਚੁੱਕੇ ਉਹ ਇਕੱਲਾ ਬੈਠੇ ਅਤੇ ਚੁੱਪ ਰਹੇ, ਕਿਉਂ ਜੋ ਉਸ ਨੇ ਉਹਨੂੰ ਉਹਦੇ ਉੱਤੇ ਪਾਇਆ ਹੈ। ਉਹ ਆਪਣਾ ਮੂੰਹ ਖਾਕ ਉੱਤੇ ਰੱਖੇ, ਸ਼ਾਇਦ ਕੁਝ ਆਸ ਹੋਵੇ। ਉਹ ਆਪਣੀ ਗੱਲ ਮਾਰਨ ਵਾਲੇ ਨੂੰ ਦੇਵੇ, ਉਹ ਨਿੰਦਿਆ ਨਾਲ ਭਰ ਜਾਵੇ। ਪ੍ਰਭੂ ਤਾਂ ਸਦਾ ਲਈ ਨਹੀਂ ਛੱਡੇਗਾ, ਪਰ ਜੇ ਉਹ ਦੁੱਖ ਵੀ ਦੇਵੇ, ਉਹ ਆਪਣੀ ਵੱਡੀ ਦਇਆ ਅਨੁਸਾਰ ਰਹਿਮ ਕਰੇਗਾ। ਉਹ ਤਾਂ ਆਪਣੇ ਦਿਲੋਂ ਕਸ਼ਟ ਨਹੀਂ ਪਾਉਂਦਾ, ਨਾ ਮਨੁੱਖ ਦੇ ਪੁੱਤਰਾਂ ਨੂੰ ਔਖਾ ਕਰਦਾ। ਸੰਸਾਰ ਦੇ ਸਾਰੇ ਸਿਰਾਂ ਨੂੰ ਪੈਰਾਂ ਹੇਠ ਮਿੱਧਣਾ ਅਤੇ ਮਹਾਨ ਦੇ ਸਨਮੁਖ ਕਿਸੇ ਇਨਸਾਨ ਦਾ ਹੱਕ ਮਾਰਨਾ, ਕਿਸੇ ਆਦਮੀ ਦਾ ਮੁਕੱਦਮਾ ਵਿਗਾੜਨਾ ਪ੍ਰਭੂ ਵੇਖ ਨਹੀਂ ਸਕਦਾ। ਕੌਣ ਕੁਝ ਕਹਿੰਦਾ ਹੈ ਅਤੇ ਉਹ ਹੋ ਜਾਂਦਾ ਹੈ, ਜਦ ਪ੍ਰਭੂ ਨੇ ਉਹਦਾ ਹੁਕਮ ਨਹੀਂ ਦਿੱਤਾ ਹੋਵੇ। ਕਿ ਆਤਮਹਾਨ ਦੇ ਮੂੰਹੋਂ ਦੁੱਖ ਅਤੇ ਸੁੱਖ ਨਹੀਂ ਆਉਂਦੇ। ਜਿਉਂਦਾ ਆਦਮੀ ਕਿਉਂ ਗਿਲਾ ਕਰੇ। ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਉੱਤੇ। ਆਓ ਅਸੀਂ ਆਪਣੇ ਰਾਹਾਂ ਨੂੰ ਪਰਤਾਈਏ ਤੇ ਪਰਖੀਏ ਅਤੇ ਯਹੋਵਾ ਵੱਲ ਫਿਰੀਏ। ਅਸੀਂ ਆਪਣੇ ਦਿਲਾਂ ਨੂੰ ਆਪਣੇ ਹੱਥਾਂ ਸੁਣੀ ਪਰਮੇਸ਼ੁਰ ਅੱਗੇ ਆਕਾਸ਼ ਵੱਲ ਚੁੱਕੀਏ। ਅਸਾਂ ਅਪਰਾਧ ਅਤੇ ਬਗਾਵਤ ਕੀਤੀ ਤੇ ਖਿਮਾ ਨਹੀਂ ਕੀਤਾ, ਤੇ ਆਪਣੇ ਆਪ ਨੂੰ ਕ੍ਰੋਧ ਨਾਲ ਕਜਿਆ ਅਤੇ ਸਾਡਾ ਪਿੱਛਾ ਕੀਤਾ ਤੇ ਮਾਰਿਆ ਅਤੇ ਤਰਸ ਨਾ ਖਾਧਾ ਤੇ ਆਪਣੇ ਆਪ ਨੂੰ ਬਦਲ ਨਾਲ ਕਜਿਆ। ਕੋਈ ਪ੍ਰਾਰਥਨਾ ਤੇਰੇ ਕੋਲ ਨਹੀਂ ਅਪੜ ਸਕਦੀ ਤੇ ਸਾਨੂੰ ਉਮਤਾਂ ਵਿੱਚ ਕੂੜਾ ਤੇ ਰੂੜੀ ਠਹਿਰਾਇਆ। ਸਾਡੇ ਸਾਰੇ ਵੈਰੀਆਂ ਨੇ ਸਾਡੇ ਉੱਤੇ ਮੂੰਹ ਪਸਾਰਿਆ। ਭੋ ਅਤੇ
ਪੋਹਰਾ ਸਾਡੇ ਲਈ ਹਨ। ਬਰਬਾਦੀ ਅਤੇ ਫੂਕ ਸਾੜ ਵੀ ਮੇਰੀ ਪ੍ਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ ਪਾਣੀ ਦੀਆਂ ਨਦੀਆਂ ਮੇਰੀਆਂ ਅੱਖੀਆਂ ਤੋਂ ਹੇਠਾਂ ਆਉਂਦੀਆਂ। ਮੇਰੀ ਅੱਖ ਵਗਦੀ ਹੈ ਅਤੇ ਰੁਕਦੀ ਨਹੀਂ, ਕੋਈ ਉਦੇਜ ਨਹੀਂ ਜਦ ਤੱਕ ਯਹੋਵਾ ਆਕਾਸ਼ ਨਿਗਾਹ ਮਾਰ ਕੇ ਨਾ ਵੇਖੇ। ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ ਮੇਰੀ ਅੱਖ ਮੇਰੇ ਜੀਅ ਨੂੰ ਦੁਖੀ ਕਰਦੀ ਹੈ। ਜਿਹੜੇ ਬਿਨਾਂ ਕਾਰਨ ਮੇਰੀ ਵੈਰੀ ਹਨ, ਉਹ ਮੇਰਾ ਪਿੱਛਾ ਕੀਤਾ। ਉਹਨੇ ਮੇਰੇ ਜੀਵਨ ਨੂੰ ਭੁੱਖੇ ਵਿੱਚ ਮੁਕਾ ਦਿੱਤਾ। ਉਹਨਾਂ ਨੇ ਮੇਰੇ ਉੱਤੇ ਪੱਥਰ ਸੁੱਟਿਆ, ਪਾਣੀ ਮੇਰੇ ਸਿਰ ਉੱਤੇ ਵਗੇ। ਮੈਂ ਆਖਿਆ, ਮੈਂ ਮਰ ਮਿਟਿਆ। ਹੇ ਯਹੋਵਾ, ਮੈਂ ਤੇਰੇ ਨਾਮ ਦੀ ਦੁਹਾਈ ਦਿੱਤੀ। ਪੋਹਰੇ ਦੀਆਂ ਡੂੰਘਾਈਆਂ ਤੋਂ ਤੈਂ ਮੇਰੀ ਆਵਾਜ਼ ਸੁਣੀ। ਆਪਣਾ ਕੰਨ ਮੇਰੀ ਆਹ ਮੇਰੀ ਦੁਹਾਈ ਵੱਲੋਂ ਬੰਦ ਨਾ ਕਰ। ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਨੇੜੇ ਆਇਆ। ਤੂੰ ਆਖਿਆ, ਨਾ ਡਰ। ਹੇ ਪ੍ਰਭੂ, ਤੈਂ ਮੇਰੀ ਜਾਨ ਦਾ ਮੁਕੱਦਮਾ ਲੜਿਆ। ਤੈਂ ਮੇਰੇ ਜੀਵਨ ਦਾ ਛੁਟਕਾਰਾ ਕੀਤਾ। ਹੇ ਯਹੋਵਾ, ਤੈਂ ਮੇਰੇ ਉੱਤੇ ਦਾ ਨਿਆਂ ਵੇਖਿਆ। ਤੂੰ ਮੇਰਾ ਨਿਆਂ ਕਰ। ਤੈਂ ਉਹਨਾਂ ਦੇ ਸਾਰੇ ਬਦਲੇ ਵੇਖੇ ਹਨ, ਮੇਰੇ ਵਿਰੁੱਧ ਉਹਨਾਂ ਦੀਆਂ ਸਾਰੀਆਂ ਜੁਗਤੀਆਂ ਵੀ। ਹੇ ਯਹੋਵਾ, ਤੈਂ ਉਹਨਾਂ ਦੀ ਨਿੰਦਿਆ ਸੁਣੀ, ਨਾਲੇ ਮੇਰੇ ਵਿਰੁੱਧ ਦੀਆਂ ਸਾਰੀਆਂ ਜੁਗਤੀਆਂ, ਮੇਰੇ ਵਿਰੋਧੀਆਂ ਦੀਆਂ ਗੱਲਾਂ ਅਤੇ ਦਿਨ ਭਰ ਉਹਨਾਂ ਦੇ ਮੱਤੇ ਮੇਰੇ ਵਿਰੁੱਧ। ਉਹਨਾਂ ਦੇ ਉੱਠਣ ਬੈਠਣ ਤੇ ਧਿਆਨ ਦੇ, ਮੈਂ ਹੀ ਉਹਨਾਂ ਦਾ ਰਾਗ ਹਾਂ। ਹੇ ਯਹੋਵਾ, ਤੂੰ ਉਹਨਾਂ ਨੂੰ ਉਹਨਾਂ ਦੇ ਹੱਥ ਦੇ ਕੰਮ ਅਨੁਸਾਰ ਵਟਾ ਦੇਵੇਂਗਾ। ਤੂੰ ਉਹਨਾਂ ਦਾ ਮਨ ਸੁੰਨ ਕਰ ਦੇਵੇਂਗਾ, ਆਪਣਾ ਸਰਾਪ ਉਹਨਾਂ ਉੱਤੇ ਦੇਵੇਂਗਾ। ਤੂੰ ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰੇਂਗਾ ਅਤੇ ਯਹੋਵਾ ਨੇ ਆਕਾਸ਼ ਹੇਠੋਂ ਉਹਨਾਂ ਦਾ ਨਾਸ਼ ਕਰੇਗਾ। ਆਮੀਨ। ਅਧਿਆਇ 5। ਹੇ ਯਹੋਵਾ, ਜੋ ਕੁਝ ਸਾਡੇ ਨਾਲ ਬੀਤੀ ਉਹਨੂੰ ਚੇਤੇ ਕਰ। ਧਿਆਨ ਦੇ ਅਤੇ ਸਾਡੀ ਨਮੋਸ਼ੀ ਨੂੰ ਵੇਖ। ਸਾਡੀ ਮਿਲਕ ਪਰਦੇਸੀਆਂ ਨੂੰ ਸੌਂਪੀ ਗਈ। ਸਾਡੇ ਘਰੋਂ ਓਪਰਿਆਂ ਨੂੰ। ਅਸੀਂ ਯਤੀਮ ਹਾਂ, ਸਾਡੇ ਪਿਓ ਨਹੀਂ ਹਨ। ਸਾਡੀਆਂ ਮਾਵਾਂ ਵਿਧਵਾ ਵਾਂਗੂ ਹਨ। ਅਸਾਂ ਆਪਣਾ ਪਾਣੀ ਮੁੱਲ ਲੈ ਕੇ ਪੀਤਾ, ਸਾਡੀ ਲੱਕੜੀ ਮੁੱਲ ਨਾ ਮਿਲਦੀ ਹੈ। ਸਾਡਾ ਪਿੱਛਾ ਕਰਨ ਵਾਲੇ ਸਾਡੀਆਂ ਧੌਣਾਂ ਉੱਤੇ ਹਨ। ਅਸੀਂ ਥੱਕੇ ਹੋਏ ਹਾਂ, ਪਰ ਸਾਡੇ ਲਈ ਆਰਾਮ ਨਹੀਂ। ਅਸੀਂ ਮਿਸਰ ਦੇ ਅਧੀਨ ਹੋਏ ਅਸੂਰ ਦੇ ਵੀ, ਤਾਂ ਜੋ ਰੋਟੀ ਨਾਲ ਰੱਜ ਜਾਈਏ। ਸਾਡੇ ਪਿਉਆਂ ਨੇ ਪਾਪ ਕੀਤਾ ਅਤੇ ਉਹ ਚੱਲ ਬਸੇ, ਅਤੇ ਅਸੀਂ ਉਹਨਾਂ ਦੀ ਬਦੀ ਦਾ ਭਾਰ ਚੁੱਕਦੇ ਹਾਂ। ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ, ਉਹਨਾਂ ਦੇ ਹੱਥੋਂ ਕੋਈ ਛੁਡਾਉਣ ਵਾਲਾ ਨਹੀਂ। ਉਜਾੜ ਦੀ ਤਲਵਾਰ ਦੇ ਕਾਰਨ ਅਸੀਂ ਜਾਨ ਤਲੀ ਉੱਤੇ ਰੱਖ ਕੇ ਆਪਣੀ ਰੋਟੀ ਕਮਾਉਂਦੇ ਹਾਂ। ਕਾਲ ਦੇ ਝੁਲਸਾ ਦੇਣ ਵਾਲੇ ਤਾਪ ਦੇ ਕਾਰਨ ਸਾਡਾ ਚਮੜਾ ਤੰਦੂਰ ਵਾਂਗੂ ਤਪਦਾ ਹੈ। ਸਿਯੋਨ ਵਿੱਚ ਤੀਵੀਆਂ, ਯਹੂਦਾ ਦੇ ਨਗਰਾਂ ਵਿੱਚ ਕੁਆਰੀਆਂ ਵਿਅਕਤ ਕੀਤੀਆਂ ਗਈਆਂ। ਸਰਦਾਰ ਉਹਨਾਂ ਦੇ ਹੱਥਾਂ ਨਾਲ ਟੰਗੇ ਗਏ, ਬਜ਼ੁਰਗਾਂ ਦੇ ਮੂੰਹਾਂ ਦਾ ਮਾਣ ਨਾ ਕੀਤਾ ਗਿਆ। ਸਿਧਵੇ ਜਵਾਨਾਂ ਨੇ ਚੱਕੀ ਚੁੱਕੀ, ਛੋਕਰਿਆਂ ਨੇ ਲੱਕੜ ਹੇਠ ਬੈਠੇ ਖਾਧੇ। ਬਜ਼ੁਰਗ ਫਾਟਕ ਤੋਂ ਅਤੇ ਸਿਧਵੇ ਜਵਾਨ ਆਪਣੇ ਗਾਉਣ ਵਜਾਉਣ ਤੋਂ ਹਟ ਗਏ ਹਨ। ਸਾਡੇ ਦਿਲਾਂ ਦੀ ਖੁਸ਼ੀ ਮੁੱਕ ਗਈ, ਸਾਡਾ ਨਾਚ ਸੋਗ ਵਿੱਚ ਬਦਲ ਗਿਆ। ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ। ਹਾਏ ਸਾਨੂੰ, ਅਸਾਂ ਪਾਪ ਜੋ ਕੀਤਾ, ਇਸੇ ਲਈ ਸਾਡੇ ਦਿਲ ਕਮਜ਼ੋਰ ਹੋ ਗਏ। ਇਹਨਾਂ ਗੱਲਾਂ ਦੇ ਕਾਰਨ ਸਾਡੀਆਂ ਅੱਖੀਆਂ ਵਿੱਚ ਧੁੰਦ ਆ ਗਈ। ਸਿਯੋਨ ਪਰਬਤ ਦੀ ਵੀਰਾਨੀ ਦੇ ਕਾਰਨ, ਜਿਹਦੇ ਉੱਤੇ ਗਿੱਦੜ ਫਿਰਦੇ ਹਨ। ਤੂੰ ਹੈ ਯਹੋਵਾ ਸਦਾ ਤੱਕ ਵਿਰਾਜਮਾਨ ਹੈ, ਤੇਰਾ ਸਿੰਘਾਸਨ ਪੀੜ੍ਹੀਓਂ ਪੀੜ੍ਹੀ ਤੱਕ ਹੈ। ਤੂੰ ਕਿਉਂ ਸਦਾ ਲਈ ਸਾਨੂੰ ਭੁਲਾ ਬੈਠਾ ਹੈ ਅਤੇ ਚਿਰ ਰੋਕ ਨਾ ਸਾਨੂੰ ਤਿਆਗ ਦਿੱਤਾ ਹੈ। ਹੇ ਯਹੋਵਾ, ਸਾਨੂੰ ਆਪਣੇ ਵੱਲ ਮੋੜ ਲੈ, ਤਾਂ ਅਸੀਂ ਮੁੜਾਂਗੇ। ਸਾਡੇ ਦਿਨ ਪਹਿਲਾਂ ਵਾਂਗੂ ਨਵੇਂ ਬਣਾ, ਕਿ ਤੈਂ ਸਾਨੂੰ ਉਕਾ ਹੀ ਛੱਡ ਦਿੱਤਾ ਹੈ, ਕਿ ਤੂੰ ਸਾਡੇ ਨਾਲ ਬਹੁਤ ਹੀ ਕੋਪਵਾਨ ਹੋ ਗਿਆ ਹੈ। ਆਮੀਨ।